श्री वाहिगुरु साहिब जी। सोरठ महला तीजा। कर पहला सतगुर सुख सागर जग अंतर, होर थै सुख नाही। हउमै जगत दुख रोग व्यापिया, मर जन्मै रोवै ताही। सतगुर सुख सागर जग अंतर, होर थै सुख नाही। हउमै जगत दुख रोग व्यापिया, मर जन्मै रोवै ताही। प्राणी सतगुर सेव सुख पाए, सतगुर सेवह ता सुख पावह। नाहि ता जाहेगा जन्म गवाए। रहाओ त्रै गुण धात बहु कर्म कमावह, हर रस साध न आया। संध्या तर्पण करहिं गायत्री, बिन बूझे दुख पाया। सतगुर सेवे सो वड भागी, जिसनू आप मिलाए। हर रस पी जन सदा तृप्तासे, विचों आप गवाए। एह जग अंधा सब अंध कमावै, बिन गुर मग ना पाए। नानक सतगुर मिलै ता अखीं वेखै, करे अंदर सच पाए। एह जग अंधा सब अंध कमावै, बिन गुर मग ना पाए। नानक सतगुर मिलै ता अखीं वेखै, करे अंदर सच पाए। वाहिगुरु जी का खालसा, वाहिगुरु जी की फतेह। परम सन्मानयोग जुगो जुग अटल शब्द गुरु, चबर शत तख्त दे मालक सतगुरु गुरु ग्रंथ साहिब महाराज, तिन्हां दी पावन पवित्र हजूरी अंदर सुभाएमान गुरु प्यार वाले सतसंगी जनों वडभागे हो। इस वेले नूं सफल बनाउण लई
ਆਪ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰੂ ਕਿਰਪਾ ਦਾ ਸਦਕਾ ਬੈਠੇ ਹੋ। ਗੁਰੂ ਦੀ ਕਿਰਪਾ ਤੋਂ ਬਗੈਰ ਅਸੀਂ ਗੁਰੂ ਕੀ ਹਜ਼ੂਰੀ ਨਹੀਂ ਮਾਣ ਸਕਦੇ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਝੂਟਾ ਖਾਵੇ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਉੱਥੇ ਪਾਤਸ਼ਾਹ ਜੀ ਦਾ ਬਚਨ ਹੈ। ਮਾਲਕ ਜੀ ਕਹਿਣ ਲੱਗੇ ਭਾਗਾਂ ਤੋਂ ਬਗੈਰ ਨਹੀਂ। ਪਿਆ ਕੇ ਸ਼ੁਕਰ ਕਰੀਏ ਮਾਲਕ ਦਾ। ਇੱਥੇ ਸਤਿਗੁਰੂ ਜੀ ਨੇ ਆਪਣੀ ਗੋਦ ਵਿੱਚ ਬਿਠਾਇਆ ਹੈ ਸਾਨੂੰ, ਤੇ ਨਾਲ ਗੋਦ ਵਿੱਚ ਬਿਠਾ ਕੇ ਤੇ ਉਪਦੇਸ਼ ਵੀ ਦਿੱਤਾ ਹੈ। ਕੇਵਲ ਬਿਠਾਇਆ ਹੀ ਨਹੀਂ, ਸਿੱਖਿਆ ਵਜੋਂ ਜਿਹੜਾ ਹੈ ਮਾਲਕ ਨੇ ਆਪਣੀ ਗੋਦ ਵਿੱਚ ਬਿਠਾ ਕੇ, ਜਿਵੇਂ ਮਾਂ ਔਰ ਪਿਤਾ ਆਪਣੇ ਪੁੱਤਰ ਨੂੰ ਚੰਗੀਆਂ ਸਿੱਖਿਆਵਾਂ ਦਿੰਦੇ ਨੇ ਤਾਂ ਜੋ ਬੱਚਾ ਉਹਨਾਂ ਸਿੱਖਿਆਵਾਂ ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕੇ। ਤੇ ਸਤਿਗੁਰੂ ਜੀ ਵੀ ਸਾਡੇ ਤੇ ਰੋਜ਼ ਤਰਸ ਕਰਦੇ ਨੇ। ਅੱਜ ਦਾ ਪਾਵਨ ਪਵਿੱਤਰ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ, ਜਿਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਭਾਵ ਤਾਲ ਨਾਲ ਸੰਬੰਧਿਤ ਤਬਲੇ ਮੁਤਾਬਕ ਪਹਿਲੇ ਘਰ ਵਿੱਚ ਇਹਨੂੰ ਗਾਉਣਾ ਹੈ। ਇਹ ਪਾਵਨ ਪਵਿੱਤਰ ਬਚਨ ਮੁਬਾਰਕ ਅੰਗ 603 ਤੇ ਸੁਭਾਇਮਾਨ ਹੈ। ਇਸ ਪਾਵਨ ਪਵਿੱਤਰ ਬਚਨ ਦਾ ਜੋ ਕੇਂਦਰੀ ਭਾਵ, ਜੋ ਤੱਤ ਹੈ, ਪ੍ਰਾਣੀ ਸਤਿਗੁਰ ਸੇਵ ਸੁਖ ਪਾਏ। ਇਹ ਬੰਦੇ ਗੁਰੂ ਪਰਮਾਤਮਾ ਨੂੰ ਜਪਿਆ ਕਰ, ਜੇਕਰ ਚਾਹੁੰਦਾ ਹੈ ਕਿ ਤੇਰੀ ਜ਼ਿੰਦਗੀ ਦੇ ਵਿੱਚ ਆਤਮਿਕ ਸੁੱਖ ਆ ਜਾਵੇ। ਆਓ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ। ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤ ਦਾ ਹਜ਼ੂਮ ਇਕੱਠ ਹੈ, ਤੇ ਕਿਸੇ ਦੇ ਅੰਦਰ ਇੱਕ ਪ੍ਰਸ਼ਨ ਉੱਠਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਣ ਵਾਸਤੇ ਉਹ ਖਲੋਤਾ ਹੈ। ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ, ਤੁਹਾਡਾ ਦਿੱਤਾ ਹੋਇਆ ਬਹੁਤ ਕੁਝ ਹੈ, ਕੋਈ ਕਮੀ ਨਹੀਂ, ਪਰ ਜਿਵੇਂ ਤੁਸੀਂ ਜਿਹੜਾ ਹੈ ਸਿੱਖਿਆਵਾਂ ਦਿੰਦੇ ਹੋ, ਤੇ ਉਹਨਾਂ ਸਿੱਖਿਆਵਾਂ ਨੂੰ ਜਦੋਂ ਅਸੀਂ ਸੁਣਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਉਸ ਮੁਤਾਬਕ ਨਹੀਂ ਚੱਲ ਰਹੇ। ਤੁਸੀਂ ਜਿਹੜਾ ਸੱਚ ਦੀ ਗੱਲ ਕਰਦੇ ਹੋ, ਤੁਸੀਂ ਸਬਰ ਸੰਤੋਖ ਦੀ ਗੱਲ ਕਰਦੇ ਹੋ, ਤੁਸੀਂ ਸ਼ੁਭ ਗੁਣਾਂ ਦੀ ਗੱਲ ਕਰਦੇ ਹੋ, ਸਿੱਧੇ ਮਾਰਗ ਦੀ ਗੱਲ ਕਰਦੇ ਹੋ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੰਦਰ ਸਬਰ ਸੰਤੋਖ ਕਿਉਂ ਨਹੀਂ ਹੈ? ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ? ਸ਼ਾਇਦ ਸਾਡਾ ਵੀ ਇਹ ਸਵਾਲ ਹੋਵੇ। ਮਾਲਕ ਨੇ ਬੜਾ ਕੁਝ ਦਿੱਤਾ ਹੈ, ਤੇ ਅੰਦਰ ਜਿਹੜਾ ਹੈ ਉਹ ਸਬਰ, ਉਹ ਸੰਤੋਖ ਵਾਲੀ ਅਵਸਥਾ ਕਿਉਂ ਨਹੀਂ ਹੈ? ਕੀ ਕਾਰਨ ਹੈ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਮੁਸਕਰਾਉਂਦੇ ਹੋਏ, ਜਿਵੇਂ ਜਨਮ ਸਾਖੀ ਵਿੱਚ ਲਿਖਿਆ ਹੈ, ਹੱਸਦੇ ਹੋਏ ਕਹਿਣ ਲੱਗੇ, ਭਲਿਆ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਭ ਕੁਝ ਪ੍ਰਾਪਤ ਹੋਣ ਤੋਂ ਬਾਅਦ ਵੀ ਸਾਡੀ ਨਜ਼ਰ ਉਹਨਾਂ ਤੇ ਹੁੰਦੀ ਹੈ ਜਿਹੜਾ ਸਾਡੇ ਤੋਂ ਵੱਧ ਲਈ ਬੈਠਾ ਕੁਛ ਨਾ ਕੁਛ। ਗੁਰੂ ਸਾਹਿਬ ਜੀ ਦਾ ਇਸ਼ਾਰਾ ਵੇਖੋ। ਮਾਲਕ ਜੀ ਕਹਿਣ ਲੱਗੇ, ਮਨੁੱਖ
ਦੀ ਬਿਰਤੀ ਮਨੁੱਖ ਦੀ ਨਜ਼ਰ ਉੱਥੇ ਟਿਕਦੀ ਹੈ। ਮੇਰੇ ਕੋਲ ਜੇਕਰ ਕਹਿ ਲਓ ਕਿ 1000 ਰੁਪਇਆ ਹੈ, ਮੇਰੀ ਨਜ਼ਰ ਉੱਥੋਂ ਤੱਕ ਹੀ ਨਹੀਂ, ਜਿਹੜਾ 2000 ਆਪਣੀ ਜੇਬ ਵਿੱਚ ਲਈ ਬੈਠਾ ਹੈ, ਮੇਰੀ ਨਜ਼ਰ ਉੱਥੇ ਹੋਏਗੀ, ਮੇਰੀ ਬਿਰਤੀ ਉੱਥੇ ਹੋਏਗੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਦੋਂ ਵੀ ਤੁਸੀਂ ਆਪਣੇ ਤੋਂ ਵੱਡੇ ਬੰਦੇ ਨੂੰ ਵੇਖੋਗੇ ਨਾ, ਤੁਹਾਡੇ ਅੰਦਰ ਸਬਰ ਆ ਹੀ ਨਹੀਂ ਸਕਦਾ, ਤੁਹਾਡੇ ਅੰਦਰ ਸੰਤੋਖ ਆ ਹੀ ਨਹੀਂ ਸਕਦਾ। ਇਹਦਾ ਕਾਰਨ ਕੀ ਹੈ? ਤੁਹਾਡੀਆਂ ਇੱਛਾਵਾਂ, ਤੁਹਾਡੀਆਂ ਆਸਾਵਾਂ ਹੋਰ ਵਧਣਗੀਆਂ ਕਿ ਉਹਦੇ ਕੋਲ 2000 ਰੁਪਏ ਹੈ, ਮੇਰੇ ਕੋਲ 1000 ਕਿਉਂ ਹੈ। ਤੇ ਇਸ ਦੌੜ ਦੇ ਵਿੱਚ ਮਨੁੱਖ ਫਿਰ ਲੱਗ ਜਾਂਦਾ ਹੈ ਕਿ ਮੈਂ ਹੋਰ ਜੋੜਾਂ 1000 ਰੁਪਇਆ, ਜਿਸ ਕਰਕੇ ਮੈਂ ਉਹਦੀ ਬਰਾਬਰਤਾ ਹਾਸਲ ਕਰ ਸਕਾਂ। ਮਨੁੱਖ ਦੌੜਦਾ ਹੈ, ਇੱਛਾ ਵੀ ਉਹਦੀ ਪੂਰੀ ਹੋ ਜਾਂਦੀ ਹੈ, 2000 ਉਹ ਹਾਸਲ ਵੀ ਕਰ ਲੈਂਦਾ ਹੈ, ਪਰ ਉਹਦੀ ਨਜ਼ਰ ਫਿਰ ਉੱਥੋਂ ਤੱਕ ਬਿਰਤੀ ਉੱਥੋਂ ਤੱਕ ਹੀ ਨਹੀਂ ਰਹਿੰਦੀ। ਉਹ ਵੇਂਦਾ ਹੈ ਕਿ 3000 ਵਾਲਾ ਵੀ ਹੈ, 4000 ਵਾਲਾ ਵੀ ਹੈ, 10000 ਵਾਲਾ ਵੀ ਹੈ, ਮੇਰੇ ਕੋਲ 2000 ਕਿਉਂ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਦੋਂ ਵੀ ਅਸੀਂ ਆਪਣੀ ਬਿਰਤੀ ਨੂੰ ਸਬਰ ਸੰਤੋਖ ਵਿੱਚ ਲਿਆਉਣਾ ਹੈ ਨਾ, ਉਹਦੇ ਲਈ ਇੱਕ ਕੰਮ ਕਰਨਾ ਪਏਗਾ। ਜਿਵੇਂ ਸਾਡੀ ਬਿਰਤੀ, ਸਾਡਾ ਟਿਕਾ ਜਿਹੜਾ ਹੈ ਉੱਥੇ ਜਾ ਕੇ ਟਿਕਦਾ ਹੈ ਜਿਹੜਾ ਸਾਡੇ ਤੋਂ ਵਧੇਕ ਕੁਛ ਨਾ ਕੁਛ ਲਈ ਬੈਠਾ ਹੈ। ਅਸੀਂ ਉੱਥੇ ਜਾ ਕੇ ਆਪਣੀ ਬਿਰਤੀ ਨੂੰ ਰੋਕਦੇ ਹਾਂ। ਜਿਵੇਂ ਆਪਾਂ ਸਰਲ ਤੌਰ ਤੇ ਇਹ ਗੱਲ ਨੂੰ ਸਮਝਣਾ ਹੋਵੇ, ਸੁਖਾਲਿਆਂ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਆਪ ਰੋਜ਼ ਪੜ੍ਹਦੇ ਹੋ, ਸਹਿਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਇਹ ਵੀ ਗੱਲ ਕਰ ਦਿੱਤੀ ਮਾਲਕ ਨੇ। 1000 ਹੈ, ਇਹ ਲੱਖਾਂ ਵੱਲ ਦੌੜਦਾ ਹੈ, ਤੇ ਉਸ ਦੌੜ ਭੱਜ ਦੇ ਵਿੱਚ ਫਿਰ ਕੁਛ ਨਾ ਕੁਛ ਤੇ ਹੋਏਗਾ ਨਾ, ਜਾਂ ਤੇ ਰੱਬ ਗੁਰੂ ਪਿੱਛੇ ਛੁੱਟੇਗਾ, ਸ਼ੁਭ ਗੁਣ ਕਿੱਥੇ ਰਹਿਣਗੇ, ਫਿਰ ਰੱਬ ਦੀ ਯਾਦ ਕਿੱਥੇ ਰਹੇਗੀ, ਗੁਰੂ ਦੀ ਯਾਦ ਕਿੱਥੇ ਰਹੇਗੀ, ਧਰਮ ਕਮਾਉਣ ਦੀ ਬਾਤ ਕਿੱਥੇ ਰਹਿ ਗਈ, ਕਿਤੇ ਵੀ ਨਹੀਂ। ਕੇਵਲ ਇਸ ਦੌੜ ਦੇ ਵਿੱਚ ਹੀ ਮਨੁੱਖ ਲੱਗਾ ਹੋਇਆ ਹੈ ਕਿ ਮੈਂ ਲੱਖ ਤੱਕ ਪਹੁੰਚਣਾ, ਮੇਰੇ ਜੇਬ ਦੇ ਵਿੱਚ ਲੱਖ ਹੋਣਾ ਚਾਹੀਦਾ, ਕਿਉਂਕਿ ਮੈਂ 1000 ਕਿਉਂ ਲਈ ਬੈਠਾ। ਉਹ ਹੱਥ ਜੋੜ ਕੇ ਕਹਿੰਦਾ, ਮਾਲਕ ਜੀ ਕੋਈ ਫਿਰ ਤਰੀਕਾ ਦੱਸੋ, ਅਸੀਂ ਸਬਰ ਵਿੱਚ ਰਹਿ ਸਕੀਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਹੁਤ ਸੁਖਾਲਾ ਤਰੀਕਾ ਹੈ, ਬੜਾ ਸੋਹਣਾ, ਜੇ ਕਮਾ ਲਓਗੇ ਤੇ। ਕਹਿੰਦੇ ਜਦੋਂ ਵੀ ਤੁਸੀਂ ਤਰੱਕੀ ਕਰਨੀ ਹੈ ਨਾ, ਭਾਵੇਂ ਦੁਨਿਆਵੀ ਤੌਰ ਤੇ ਭਾਵੇਂ ਧਾਰਮਿਕ ਤੌਰ ਤੇ, ਆਪਣੇ ਤੋਂ ਨੀਵੇਂ ਨੂੰ ਵੇਖੋ। ਜੇ ਤਰੱਕੀ ਹਾਸਲ ਕਰਨੀ ਹੈ, ਤੁਹਾਡੇ ਕੋਲ 1000 ਰੁਪਏ ਹੈ ਨਾ, ਤੁਸੀਂ ਉਸ ਵੱਲੇ ਵੇਖੋ ਜਿਹੜਾ 100 ਰੁਪਏ ਦਿਹਾੜੀ ਦਾ ਕਮਾ ਰਿਹਾ ਹੈ, ਗੁਜ਼ਾਰਾ ਉਹਦਾ ਵੀ ਚੱਲ ਰਿਹਾ ਹੈ, ਰੋਟੀ ਉਹ ਵੀ ਖਾ ਰਿਹਾ ਹੈ। ਬਸ ਇਹ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਹੈ, ਆਪਣੀ ਬਿਰਤੀ ਵਿੱਚ ਰੱਖਣਾ ਹੈ, ਆਪਣਾ ਨਜ਼ਰੀਏ ਵਿੱਚ ਰੱਖਣਾ ਹੈ ਕਿ ਮੇਰੇ ਤੋਂ ਕੋਈ ਜਿਹੜਾ ਹੈ ਅਸਲ ਦੇ ਵਿੱਚ ਥੋੜਾ ਵੀ ਲੈ ਕੇ ਇੰਨਾ ਸਬਰ ਦੇ ਵਿੱਚ ਹੈ। ਕਦੀ ਵੀ ਆਪਣੀ ਬਿਰਤੀ ਜਿਹੜਾ ਆਪਣੇ ਤੋਂ ਵਧੇਕ ਵੱਲ ਨਹੀਂ ਲੈ ਕੇ ਜਾਣੀ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਪਾਵਨ ਬਚਨਾਂ ਰਾਹੀਂ ਇਹ ਗੱਲ ਸਪਸ਼ਟ ਤੌਰ ਤੇ ਸਮਝਾ ਦਿੱਤੀ। ਪੰਜਵੇਂ ਪਾਤਸ਼ਾਹ ਜੀ ਨੇ ਮਾਲਕ ਜੀ ਕਹਿਣ ਲੱਗੇ, ਉੱਚਿਆਂ ਵੱਲ ਨਜ਼ਰ ਨਾ ਕਰ, ਹਰ ਕੋਈ ਜਿਹੜਾ ਹੈ ਅਸਲ ਦੇ ਵਿੱਚ ਨਜ਼ਰ ਉੱਥੇ ਰੱਖਦਾ ਹੈ, ਉੱਚੇ ਵੱਲ। ਪਰ ਗੁਰੂ ਦੀ ਸਿੱਖਿਆ ਇਹ ਹੈ, ਨਹੀਂ ਭਾਈ, ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾਤਾ ਮਨ ਹੋਏ ਸਗਲ ਕੀ ਰੀਨਾ। ਹੁਣ ਧੂੜ ਕਿੱਥੇ ਰਹਿੰਦੀ ਹੈ? ਰੀਨਾ ਦਾ ਅਰਥ ਧੂੜ, ਅਸੀਂ ਕਹਾਂਗੇ ਪੈਰਾਂ 'ਚ। ਗੁਰੂ ਸਾਹਿਬ ਜੀ ਨੇ ਉੱਥੋਂ ਸਿੱਖਿਆ ਦੇ ਦਿੱਤੀ, ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਸਤਿਗੁਰੂ ਜੀ ਕਹਿਣ ਲੱਗੇ, ਪਛਾਣ ਲਏਗਾ ਤੂੰ ਰੱਬ ਦਾ ਨਾਮ, ਤੇਰੇ ਅੰਦਰ ਟਿਕਾ ਕਰ ਜਾਏਗਾ।
ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਸਰਲ ਤਰੀਕਾ ਸਬਰ ਵਿੱਚ ਰਹਿਣ ਦਾ ਇਹ ਹੈ, ਤੁਹਾਡੇ ਤੋਂ ਜਿਹੜੇ ਘੱਟ ਲਈ ਬੈਠੇ ਆ ਨਾ ਕੁਝ, ਤੁਸੀਂ ਉਹਨਾਂ ਵੱਲ ਵੇਖਿਆ ਕਰੋ, ਤੇ ਫਿਰ ਕੀ ਅੰਦਰੋਂ ਉਪਜੇਗਾ, ਅੰਦਰੋਂ ਇਹੋ ਹੀ ਫਿਰ ਪੈਦਾ ਹੋਏਗਾ, ਸ਼ੁਕਰ ਰੱਬ ਜੀ ਤੂੰ ਮੈਨੂੰ ਇਸ ਲਾਇਕ ਬਣਾਇਆ, ਮੈਂ ਇੰਨੇ ਲਈ ਬੈਠਾ, ਮੇਰੇ ਕੋਲ ਇੰਨਾ ਕੁਛ ਹੈਗਾ। ਕਿਸੇ ਕੋਲ ਤੇ 2 ਵਕਤ ਦੀ ਰੋਟੀ ਵੀ ਨਹੀਂ, ਕੋਈ 2 ਦਿਨ ਪ੍ਰਸ਼ਾਦਾ ਵੀ ਨਹੀਂ ਜਿਹਨੂੰ ਨਸੀਬ ਹੁੰਦਾ। ਅਸਲ ਦੇ ਵਿੱਚ ਜਿਹੜਾ ਹੈ ਉਹਦੇ ਵੱਲ ਕਿਤੇ ਨਜ਼ਰ ਮਾਰ। ਕਿਸੇ ਦਾ ਹੱਥ ਨਹੀਂ ਹੈ, ਕਿਸੇ ਦਾ ਪੈਰ ਨਹੀਂ ਹੈ, ਕਿਸੇ ਦੀ ਅੱਖ ਨਹੀਂ ਹੈ, ਕਿਸੇ ਦੀ ਜ਼ੁਬਾਨ ਨਹੀਂ ਹੈ, ਕੋਈ ਕੰਨੋਂ ਨਹੀਂ ਸੁਣ ਸਕਦਾ। ਸਤਿਗੁਰੂ ਜੀ ਕਹਿਣ ਲੱਗੇ ਕਦੀ ਇਹਨਾਂ ਵੱਲ ਨਜ਼ਰ ਮਾਰ ਲਿਆ ਕਰ, ਆਪਣੇ ਆਪ ਹੀ ਤੂੰ ਇਸ ਗਤੀ ਦਾ ਧਾਰਨੀ ਹੋ ਜਾਏਗਾ। ਰੱਬ ਨੇ ਤੇ ਬੜਾ ਕੁਝ ਦਿੱਤਾ ਹੈ ਮੈਨੂੰ। ਪੰਜਵੇਂ ਪਾਤਸ਼ਾਹ, ਤੀਸਰੇ ਪਾਤਸ਼ਾਹ ਮਹਾਰਾਜ ਇੱਥੇ ਅੱਜ ਇਹੋ ਹੀ ਗੱਲ ਸਮਝਾ ਰਹੇ ਨੇ ਕਿ ਹੇ ਭਲੇ ਲੋਕੋ, ਸੁੱਖਾਂ ਦਾ ਜਿਹੜਾ ਸਮੁੰਦਰ ਹੈ ਨਾ, ਉਹ ਮੇਰਾ ਗੁਰੂ ਹੈ, ਤੇ ਜਿੰਨਾ ਕੁਝ ਤੁਸੀਂ ਲੈਣਾ ਹੈ ਲੈ ਸਕਦੇ ਹੋ। ਸਮੁੰਦਰ ਦੇ ਵਿੱਚ ਵੜ ਕੇ ਜਿਹੜਾ ਹੈ ਕੋਈ ਅਸਲ ਦੇ ਵਿੱਚ ਅਸੀਂ ਘਾਟਾ ਨਹੀਂ ਪਾ ਸਕਦੇ ਸਮੁੰਦਰ ਦਾ। ਗੁਰੂ ਮਹਾਰਾਜ ਜੀ ਕਹਿੰਦੇ ਸਤਿਗੁਰ ਸੁਖ ਸਾਗਰ ਜਗ ਅੰਤਰ, ਇਸ ਜਗਤ ਦੇ ਵਿੱਚ ਸੁੱਖਾਂ ਦਾ ਜਿਹੜਾ ਸਮੁੰਦਰ ਹੈ, ਸੁੱਖਾਂ ਦਾ ਸਾਗਰ, ਉਹ ਮੇਰਾ ਗੁਰੂ ਹੈ। ਹੋਰ ਥੈ ਸੁਖ ਨਾਹੀ, ਸਪਸ਼ਟ ਗੱਲ ਇਹ ਕਹਿ ਦਿੱਤੀ, ਆਤਮਿਕ ਸੁੱਖ ਜਿਹੜਾ ਆ, ਫਿਰ ਦੁਨਿਆਵੀ ਸੁੱਖ ਜਿਹੜਾ ਨਾ ਹੋਰ ਕਿਤੇ ਨਹੀਂ ਹੈਗਾ। ਇਸ ਸਮੁੰਦਰ ਦੇ ਵਿੱਚੋਂ ਹੀ ਅਸੀਂ ਜਿਹੜਾ ਹੈ ਲੈ ਸਕਦੇ ਹਾਂ। ਤੇ ਜੇ ਭਟਕਣਾ ਹੈ ਹੋਰ ਕਿਤੇ ਤੇ ਜ਼ਰੂਰ ਭਟਕ ਕੇ ਵੇਖ ਲਓ, ਖੱਜਲ ਖੁਆਰੀ ਹੋਊਗੀ, ਹੋਰ ਕੁਛ ਨਹੀਂ ਹੋਏਗਾ, ਪੱਲੇ ਕੁਛ ਨਹੀਂ ਪਏਗਾ। ਭਗਤ ਜੀ ਨੇ ਵੀ ਇਹ ਗੱਲ ਸਪਸ਼ਟ ਸਮਝਾਈ ਹੈ, ਕਬੀਰ ਸਮੁੰਦ ਨਾ ਛੋੜੀਐ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ। ਭਗਤ ਜੀ ਕਹਿਣ ਲੱਗੇ ਜੇ ਤਲਾਬਾਂ ਤੇ ਤੁਸੀਂ ਭਟਕਦੇ ਫਿਰੋਗੇ ਨਾ, ਉੱਥੋਂ ਗਾਰ ਮਿਲੇਗੀ, ਗੰਦਗੀ ਮਿਲੇਗੀ, ਗੰਦਾ ਪਾਣੀ ਮਿਲੇਗਾ, ਹੋਰ ਕੁਛ ਨਹੀਂ ਮਿਲਣਾ। ਇਸ ਕਰਕੇ ਸਮੁੰਦਰ ਨੂੰ ਨਾ ਛੱਡਿਓ। ਤਲਾਬ ਦਾ ਪਾਣੀ ਕਿਤੇ ਨਾ ਕਿਤੇ ਸੁੱਕ ਜਾਂਦਾ ਜੋ, ਪਰ ਸਮੁੰਦਰ ਨਹੀਂ ਸੁੱਕਦਾ। ਇਸ ਲਈ ਗੁਰੂ ਮਹਾਰਾਜ ਜੀ ਵੀ ਕਹਿੰਦੇ ਨੇ ਗੁਰੂ ਸਮੁੰਦਰ ਹੈ, ਤੇ ਇਸ ਸਮੁੰਦਰ ਦੇ ਵਿੱਚੋਂ ਅਸੀਂ ਬੇਅੰਤ ਚੀਜ਼ਾਂ ਲੈ ਸਕਦੇ ਹਾਂ। ਪਦਾਰਥ ਵੀ ਮਿਲਣਗੇ, ਸੁੱਖ ਵੀ ਮਿਲਣਗੇ, ਬੜਾ ਕੁਝ ਮਿਲੇਗਾ। ਪਰ ਗੁਰੂ ਤੋਂ ਬਿਨਾਂ ਜਿਹੜਾ ਹੋਰ ਥੈ ਸੁੱਖ ਨਹੀਂ, ਹੋਰ ਕਿਤੇ ਸੁੱਖ ਨਹੀਂ। ਹਉਮੈ ਜਗਤ ਦੁਖ ਰੋਗ ਵਿਆਪਿਆ, ਮੈਂ ਮੇਰੀ ਦੇ ਵਿੱਚ ਜਗਤ ਨਾ ਇੰਨਾ ਗ੍ਰਸਿਆ ਹੋਇਆ ਹੈ। ਸਤਿਗੁਰੂ ਜੀ ਕਹਿਣ ਲੱਗੇ ਇਹਨੂੰ ਦੁੱਖ ਤੇ ਰੋਗ ਫਿਰ ਨਾ ਚੰਬੜਿਆ ਹੋਇਆ, ਇਹ ਮੈਂ ਮੇਰੀ ਕਰਕੇ। ਹੰਕਾਰ ਕਰਕੇ, ਹਉਮੈ ਕਰਕੇ ਮਨੁੱਖ ਦੀ ਵਿੱਥ ਗੁਰੂ ਪਰਮਾਤਮਾ ਨਾਲੋਂ ਪੈ ਗਈ, ਦੂਰ ਹੋ ਗਿਆ। ਇਹਦੀ ਜ਼ਿੰਦਗੀ ਵਿੱਚ ਦੁੱਖ ਵੀ ਆਏ, ਫਿਰ ਰੋਗ ਵੀ ਆਏ। ਸਤਿਗੁਰੂ ਜੀ ਕਹਿੰਦੇ ਅੱਗੇ ਵੀ ਬੜਾ ਕੁਝ ਹੋਇਆ, ਮਰ ਜਨਮੈ ਰੋਵੈ ਧਾਹੀ, ਇਹ ਧਾਹਾਂ ਮਾਰ ਕੇ ਰੋਂਦਾ ਹੈ, ਦੁਖੀ ਹੁੰਦਾ ਹੈ। ਜਨਮ ਤੇ ਮਰਨ ਦਾ ਗੇੜ ਇਹਦਾ ਫਿਰ ਬਣਿਆ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਜੰਮਦਾ ਰਹਿੰਦਾ ਹੈ। ਬਸ ਇਸ ਕਹਿ ਲੋ ਕਿ ਅਸਲ ਦੇ ਵਿੱਚ ਗੇੜ ਦੇ ਵਿੱਚ ਪਿਆ ਰਹਿੰਦਾ ਹੈ ਇਨਸਾਨ, ਇਹ ਤੋਂ ਬਾਹਰ ਨਿਕਲਦਾ ਹੀ ਨਹੀਂ ਕਦੇ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ, ਹੇ ਬੰਦੇ ਗੁਰੂ ਦੀ ਸੇਵਾ, ਗੁਰੂ ਦੀ ਅਰਾਧਨਾ ਕਰ, ਜੇਕਰ ਆਤਮਿਕ ਸੁਖ ਚਾਹੁੰਦਾ ਹੈ। ਸਤਿਗੁਰ ਸੇਵੈ ਤਾਂ ਸੁਖ ਪਾਵਹਿ, ਗੁਰੂ ਨੂੰ ਜਪਿਆ ਕਰ, ਗੁਰੂ ਦੀ ਸੇਵਾ ਕਰਿਆ ਕਰ। ਕੀ ਹੋਏਗਾ? ਫਿਰ ਹੀ ਤੇਰੀ ਜ਼ਿੰਦਗੀ ਵਿੱਚ ਆਤਮਿਕ ਸੁੱਖ ਆਉਣਗੇ। ਤੂੰ ਤੇ ਦੁਨਿਆਵੀ ਸੁੱਖਾਂ ਪਿੱਛੇ ਦੌੜ ਰਿਹਾ, ਬਸ ਦੁਨਿਆਵੀ ਸੁੱਖਾਂ ਤੱਕ ਸੀਮਤ ਹੈ, ਕਿਤੇ ਆਤਮਿਕ ਸੁੱਖ ਗੁਰੂ ਪਾਸੋਂ ਲੈ ਕੇ ਵੇਖ। ਇਹ ਸੁੱਖ ਐਸਾ ਹੈ ਕਿ ਦੁੱਖ ਸੁੱਖ ਵਿੱਚ ਕਿਤੇ ਨਹੀਂ ਜਾਂਦਾ। ਖੁਸ਼ੀ ਗਮੀ ਹੋਵੇ, ਇਹ ਅੰਦਰ ਟਿਕਿਆ ਰਹਿੰਦਾ। ਮਨੁੱਖ ਆਨੰਦ ਵਿੱਚ ਰਹਿੰਦਾ ਹੈ, ਖੇੜੇ ਵਿੱਚ ਰਹਿੰਦਾ ਹੈ। ਐ ਲਾਲੀ ਛਾਈ ਹੁੰਦੀ ਇਹਦੇ ਮੁਖ ਤੇ, ਸੁਰਖਰੂ ਹੁੰਦਾ ਇਹਦਾ ਮੁਖ। ਤੇ ਮਾਲਕ ਜੀ ਕਹਿਣ ਲੱਗੇ ਜੇ ਨਹੀਂ ਜਪਿਆ ਫਿਰ
नाहे तां जाहेगा जन्म गवाए, नहीं तो फिर अपना मनुखा जन्म गवा के जाएगा संसार। ये बाजी जित के नहीं जाएगा, हार के जाएगा। रहाऊ त्रै गुण तात बहु कर्म कमावे, तीन गुणी माया रजो तमो ते सतो। ਇਹਦਾ ਪ੍ਰਭਾਵ ਸੰਸਾਰ ਤੇ ਹੈ, ਧਰਮ ਦੀ ਦੁਨੀਆ ਵਿੱਚ ਵੀ ਹੈ, ਸੰਸਾਰਕ ਦੁਨੀਆ ਵਿੱਚ ਵੀ ਹੈ। ਜਿਸ ਦੇ ਪ੍ਰਭਾਵ ਹੇਠਾਂ ਕੇ ਇਨਸਾਨ ਕਰਮ ਤੇ ਕਰਦਾ ਹੈ, ਪਰ ਹਰ ਰਸ ਸਾਧ ਨ ਆਇਆ। ਮੁਖ ਚੋਂ ਵਾਹਿਗੁਰੂ ਵਾਹਿਗੁਰੂ ਹੋ ਵੀ ਰਿਹਾ, ਚੱਲ ਵੀ ਰਿਹਾ, ਪਰ ਸਵਾਦ ਨਹੀਂ ਆ ਰਿਹਾ, ਆਨੰਦ ਨਹੀਂ ਆ ਰਿਹਾ। ਹੁਣ ਇਹਦੇ ਵਿੱਚ ਕਸੂਰ ਵਾਹਿਗੁਰੂ ਦੇ ਸਿਮਰਨ ਦਾ ਥੋੜੀ, ਰੱਬ ਦੇ ਨਾਮ ਦਾ ਕਸੂਰ ਨਹੀਂ ਹੈ। ਉਹ ਜਿਹੜੀ ਤਿੰਨ ਗੁਣੀ ਮਾਇਆ, ਜਿਹੜੀ ਤ੍ਰਿਗੁਣੀ ਮਾਇਆ, ਉਹਨੇ ਪ੍ਰਭਾਵ ਹੀ ਐਸਾ ਪਾਇਆ ਹੋਇਆ, ਮੁਖ ਚੋਂ ਬੋਲਦੇ ਰਹੇ ਪਰ ਸਵਾਦ ਨਹੀਂ ਆ ਰਿਹਾ। ਸਤਿਗੁਰੂ ਜੀ ਕਹਿੰਦੇ ਇਸ ਪ੍ਰਭਾਵ ਨੂੰ ਤੇ ਦੂਰ ਕਰ, ਪਹਿਲਾਂ ਉਹ ਸੇਵਾ ਤੇ ਸਿਮਰਨ ਰਾਹੀਂ ਹੋਏਗਾ। ਸੰਧਿਆ ਤਰਪਣ ਕਰਹਿ ਗਾਇਤਰੀ। ਸੰਧਿਆ ਦਾ ਅਰਥ ਹੈ ਤਿੰਨ ਟਾਈਮ ਦਾ ਪਾਠ, ਸਵੇਰ, ਦੁਪਹਿਰ ਤੇ ਸ਼ਾਮ। ਉਹਦਾ ਸੰਧਿਆ ਦਾ ਅਰਥ ਸ਼ਾਮ ਵੀ ਹੁੰਦਾ ਹੈ, ਪਰ ਇੱਥੇ ਸੰਧਿਆ ਦਾ ਅਰਥ ਤਿੰਨ ਟਾਈਮ ਦਾ ਪਾਠ ਵੀ ਕਰਦਾ। ਤਰਪਣ ਆਪਣੇ ਪਿਤਰਾਂ ਨੂੰ, ਦੇਵਤਿਆਂ ਨੂੰ ਪਾਣੀ ਦੇਣਾ, ਸੂਰਜ ਨੂੰ ਪਾਣੀ ਦੇਣਾ। ਗਾਇਤਰੀ, ਗਾਇਤਰੀ ਦਾ ਮੰਤਰ ਵੀ। ਸਤਿਗੁਰੂ ਜੀ ਕਹਿਣ ਲੱਗੇ ਸਭ ਕੁਝ ਮਨੁੱਖ ਨੇ ਕਰਕੇ ਵੇਖ ਲਿਆ, ਬਿਨ ਬੂਝੇ ਦੁੱਖ ਪਾਇਆ। ਸਮਝ ਨਹੀਂ ਸੀ, ਜਿਸ ਕਰਕੇ ਫਿਰ ਦੁੱਖ ਵਿੱਚ ਹੀ ਰਿਹਾ ਹੈ। ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਸੁੱਖ ਨਹੀਂ ਆਇਆ ਜ਼ਿੰਦਗੀ ਵਿੱਚ, ਤਾਂ ਵੀ ਦੁੱਖ ਹੀ ਭੋਗਦਾ ਰਿਹਾ। ਸਤਿਗੁਰ ਸੇਵੇ ਸੋ ਵਡ ਭਾਗੀ, ਜਿਸ ਨੂੰ ਆਪ ਮਿਲਾਏ। ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੇ ਨਾਲ ਮਿਲਾ ਦਿੰਦਾ ਹੈ, ਤੇ ਗੁਰੂ ਦੀ ਕਿਰਪਾ ਦਾ ਸਦਕਾ ਫਿਰ ਰੱਬ ਦੇ ਨਾਲ ਮਿਲ ਜਾਈਦਾ। ਹਰ ਰਸ ਪੀ ਜਨ ਸਦਾ ਤ੍ਰਿਪਤਾਸੇ। ਰੱਬ ਦੇ ਪਿਆਰੇ ਰੱਬ ਦੇ ਨਾਮ ਰਸ ਨੂੰ ਪੀ ਕੇ ਸਦਾ ਅੰਦਰ ਤੋਂ ਤ੍ਰਿਪਤ ਰਹਿੰਦੇ ਨੇ, ਰੱਜੇ ਰਹਿੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਲੈਂਦੇ ਨੇ। ਉਹਨਾਂ ਅੰਦਰ ਮੈਂ ਮੇਰੀ ਨਹੀਂ ਰਹਿੰਦੀ, ਉਹਨਾਂ ਅੰਦਰ ਕੇਵਲ ਤੇ ਕੇਵਲ ਇਹੋ ਹੀ ਰਹਿੰਦਾ ਹੈ ਕਿ ਰੱਬ ਜੀ ਸਭ ਕੁਝ ਤੁਹਾਡਾ ਹੀ ਹੈ, ਮੇਰਾ ਕੁਝ ਨਹੀਂ ਹੈਗਾ। ਇਹ ਜਗ ਅੰਧਾ ਸਭ ਅੰਧ ਕਮਾਵੇ। ਜਗਤ ਮਾਇਆ ਦੇ ਮੋਹ ਵਿੱਚ, ਅਗਿਆਨਤਾ ਦੇ ਵਿੱਚ ਅੰਨਾ ਹੋਇਆ ਫਿਰਦਾ ਹੈ, ਤੇ ਜਿਸ ਕਰਕੇ ਕਰਮ ਵੀ ਵੈਸੇ ਹੀ ਇਹ ਕਮਾ ਰਿਹਾ। ਬਿਨ ਗੁਰ ਮਗ ਨਾ ਪਾਏ। ਗੁਰੂ ਤੋਂ ਬਿਨਾ ਜਿਹੜਾ ਹੈ ਨਾ, ਸਿੱਧਾ ਮਾਰਗਦਰਸ਼ਨ ਕਰਾਉਣ ਵਾਲਾ ਕੋਈ ਵੀ ਨਹੀਂ ਹੈਗਾ। ਸਿੱਧਾ ਰਸਤਾ ਰੱਬ ਤੱਕ ਜਿਹੜਾ ਪਹੁੰਚਣਾ ਹੈ, ਗੁਰੂ ਤੋਂ ਬਿਨਾ ਕੋਈ ਦੱਸਣ ਵਾਲਾ ਨਹੀਂ। ਸਭ ਭਰਮ ਭੁਲੇਖੇ ਪਾਉਣ ਵਾਲੇ ਨੇ, ਪਖੰਡਾਂ ਦੇ ਵਿੱਚ, ਵਹਿਮਾਂ ਦੇ ਵਿੱਚ, ਭਰਮਾਂ ਦੇ ਵਿੱਚ ਉਲਝਾਉਣ ਵਾਲੇ ਮਿਲਣਗੇ, ਪਰ ਸਮਝਾ ਕੇ ਸਿੱਧੇ ਰਸਤੇ ਪਾਉਣ ਵਾਲਾ ਗੁਰੂ ਹੀ ਹੈ ਕੇਵਲ। ਤੇ ਗੁਰੂ ਤੋਂ ਬਿਨਾ ਇਹ ਆਤਮਕ ਸੁੱਖ ਵਾਲਾ ਰਸਤਾ, ਰੱਬ ਤੱਕ ਜਾਣ ਵਾਲਾ ਰਸਤਾ ਕੋਈ ਨਹੀਂ ਦੱਸਦਾ। ਅਖੀਰ ਵਿੱਚ ਮਾਲਕ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ, ਨਾਨਕ ਸਤਿਗੁਰ ਮਿਲੈ ਤਾਂ ਅੱਖੀਂ ਵੇਖੈ। ਜਦੋਂ ਗੁਰੂ ਮਿਲਿਆ, ਜ਼ਿੰਦਗੀ ਵਿੱਚ ਗੁਰੂ ਆਇਆ, ਸਾਡਾ ਮਿਲਾਪ ਹੋਇਆ, ਸਤਿਗੁਰੂ ਜੀ ਕਹਿਣ ਲੱਗੇ ਫਿਰ ਅੱਖਾਂ ਦੇ ਨਾਲ ਰਮੇ ਹੋਏ ਰੱਬ ਨੂੰ, ਵਸਦੇ ਹੋਏ ਹਿਰਦੇ ਵਿੱਚ ਰੱਬ ਨੂੰ ਜਿਹੜਾ ਹੈ ਅਸੀਂ ਵੇਖ ਲਿਆ। ਤੇ ਮਾਲਕ ਜੀ ਕਹਿਣ ਲੱਗੇ ਅਸੀਂ ਤੇ ਬਾਹਰ ਵੇਖਦੇ ਸੀ, ਪਰ ਗੁਰੂ ਨੇ ਐਸੀ ਕਿਰਪਾ ਕੀਤੀ, ਘਰੇ ਅੰਦਰ ਸੱਚ ਪਾਏ। ਹਿਰਦੇ ਘਰ ਵਿੱਚ ਬੈਠੇ ਰੱਬ ਦੇਖ ਗਿਆ। ਤੇ ਉਦੋਂ ਹੈਰਾਨਗੀ ਹੋਈ, ਸਾਰੀ ਜ਼ਿੰਦਗੀ ਮੈਂ ਬਾਹਰ ਹੀ ਲੱਭਦਾ ਰਿਹਾ ਸੀ, ਪਰ ਅੱਜ ਮੈਨੂੰ ਸਮਝ ਆਈ ਰੱਬ ਬਾਹਰ ਨਹੀਂ, ਉਹ ਤੇ ਅੰਦਰ ਹੀ ਬੈਠਾ ਸੀ। ਬਸ ਫਰਕ ਇਤਨਾ ਸੀ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਪੁਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ। ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ ਜੀ। ਬੇਅੰਤ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।